हाँ जी बच्चे, गुड मॉर्निंग। ਅਸੀਂ ਬੇਟਾ ਬਾਇਓ ਦਾ ਫਸਟ ਚੈਪਟਰ ਸਟਾਰਟ ਕਰਨਾ ਹੈ ਅੱਜ, ਜਿਹਦਾ ਨਾਮ ਹੈਗਾ ਲਾਈਫ ਪ੍ਰੋਸੈਸਿਸ। ਸੋ ਮੇਰੇ ਕੋਲ ਬੁੱਕ ਵਗੈਰਾ ਤਾਂ ਹੈ ਨਹੀਂ ਸੀ ਕੋਈ, ਬਟ ਫਿਰ ਵੀ ਮੈਂ ਥੋੜ੍ਹੇ ਬਹੁਤ ਪਿਕਚਰਸ ਤੋਂ ਨੋਟਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਈਜ਼ਲੀ ਤੁਹਾਨੂੰ ਸਮਝ ਲੱਗ ਜਾਏਗਾ। ਔਰ ਤੁਸੀਂ ਆਪਣੀ ਬੁੱਕ ਨੂੰ ਜਦੋਂ ਇਹ ਮੇਰੀ ਵੀਡੀਓ ਕਾਲ ਆਡੀਓ ਜਾਂ ਵੀਡੀਓ ਜੋ ਵੀ ਤੁਸੀਂ ਸੁਣੋਗੇ ਉਹਦੇ ਨਾਲ ਆਪਣੀ ਬੁੱਕ ਨੂੰ ਫੋਲੋ ਕਰ ਲੈਣਾ, ਤੁਹਾਨੂੰ ਈਜ਼ਲੀ ਸਾਰਾ ਕੁਝ ਸਮਝ ਲੱਗ ਜਾਣਾ। ਠੀਕ ਹੈ। तो सब तो पहला साडा हैगा व्हाट आर द लाइफ प्रोसैसिस की होंदे है। लाइफ प्रोसैसिस एक ਉਹ ਦੋਜ਼ ਬੇਸਿਕ ਐਕਸ਼ਨਸ ਹੁੰਦੇ ਆ ਐਂਡ ਫੰਕਸ਼ਨਸ ਹੁੰਦੇ ਆ ਸਾਡੀ ਲਿਵਿੰਗ ਬੀਇੰਗਸ ਦੇ ਵਿੱਚ, ਜਿਹੜੇ ਕਿ ਸਾਨੂੰ ਸਰਵਾਈਵ ਕਰਨ ਨੂੰ, ਆਪਣੀ ਬਾਡੀ ਨੂੰ ਮੇਨਟੇਨੈਂਸ ਕਰਨ ਨੂੰ ਬਹੁਤ ਜ਼ਰੂਰੀ ਹੁੰਦੇ। ਠੀਕ ਹੈ, ਜਿਹੜੇ ਬੇਸਿਕ ਫੰਕਸ਼ਨਸ ਹੁੰਦੇ ਆ ਜਿਹੜੇ ਕਿ ਸਾਡੀ ਬਾਡੀ ਲਈ ਬਹੁਤ ਜ਼ਰੂਰੀ ਹੁੰਦੇ ਆ। ਠੀਕ ਹੈ, ਕਿ ਜਿੰਦਾ ਰਹਿਣ ਵਾਸਤੇ ਅਤੇ ਆਪਣੀ ਇੱਕ ਬਾਡੀ ਨੂੰ ਮੇਨਟੇਨ ਵਧੀਆ ਤਰੀਕੇ ਨਾਲ ਮੇਨਟੇਨ ਕਰਨ ਵਾਸਤੇ। ਸੋ ਇਟ ਇਜ਼ ਦ ਸੇਮ ਇਨ ਆਲ ਟਾਈਪ ਆਫ ਲਿਵਿੰਗ ਨੋਰਮਸ। ਸੋ ਇਹ ਜਿਹੜੇ ਐਕਸ਼ਨਸ ਆ ਜਾਂ ਫੰਕਸ਼ਨਸ ਆ, ਇਹ ਸਾਡੇ ਲਿਵਿੰਗ ਸੈਲਸ ਵਿੱਚ ਲਾਈਕ ਯੂਨੀਸੈਲੂਲਰ ਅਤੇ ਮਲਟੀਸੈਲੂਲਰ ਦੋਨਾਂ ਦੇ ਵਿੱਚ ਹੁੰਦੇ ਆ, ਜਿੱਦਾਂ ਲਾਈਕ ਪਲਾਂਟਸ ਔਰ ਐਨੀਮਲਸ। ਠੀਕ ਹੈ। ਸੋ ਐਨਰਜੀ ਇਜ਼ ਰਿਕੁਆਇਰਡ ਬਾਈ ਆਲ ਆਫ ਦੈਮ। ਇਹਨਾਂ ਸਾਰਿਆਂ ਵਾਸਤੇ ਹੁਣ ਇੱਕ ਕੋਈ ਵੀ ਲਿਵਿੰਗ ਔਰਗੈਨਿਜ਼ਮ ਆ ਉਹਨੂੰ ਜਿੰਦਾ ਰਹਿਣ ਵਾਸਤੇ, ਠੀਕ ਹੈ, ਆਪਣੀ ਬਾਡੀ ਨੂੰ ਮੇਨਟੇਨ ਕਰਨ ਵਾਸਤੇ ਇੱਕ ਐਨਰਜੀ ਪ੍ਰੋਵਾਈਡ ਮਿਲਦੀ ਚਾਹੀਦੀ ਹੈ। ਠੀਕ ਹੈ, ਉਹ ਐਨਰਜੀ ਕਿਵੇਂ ਮਿਲੇਗੀ? ਹੁਣ ਜੇ ਅਸੀਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਸੈੱਲ ਦੇ ਵਿੱਚ ਪ੍ਰੋਟੋਪਲਾਜ਼ਮਿਕ ਸਟਰਕਚਰਸ ਹੁੰਦੇ, ਆਈ ਥਿੰਕ ਤੁਸੀਂ ਪ੍ਰੋਟੋਪਲਾਜ਼ਮਿਕ ਸਟਰਕਚਰਸ ਪਹਿਲਾਂ ਪੜ੍ਹੇ ਹੋਏ ਆ, ਜਿਹੜੇ ਲਾਸਟ 9th ਕਲਾਸ ਦੇ ਵਿੱਚ, ਜਿਹੜੇ ਅਸੀਂ ਆਰਗੈਨੇਲੇਜ਼ 8th ਕਲਾਸ ਦੇ ਵਿੱਚ ਵੀ ਤੁਸੀਂ ਪੜ੍ਹੇ ਸੀ, ਐਨੀਮਲ ਸੈੱਲ, ਪਲਾਂਟ ਸੈੱਲ। ਉਹਨਾਂ ਦੇ ਵਿੱਚ ਜਿਹੜੇ ਆਰਗੈਨੇਲੇਜ਼ ਪ੍ਰੈਜੈਂਟ ਹੁੰਦੇ ਆ, ਮਾਈਟੋਕੌਂਡਰੀਆ, ਪਲਾਂਟ ਸੈੱਲ ਦੇ ਵਿੱਚ ਕਲੋਰੋਪਲਾਸਟ, ਫਿਰ ਗੋਲਜੀ ਆਪਰੇਟਸ, ਰਾਈਬੋਸੋਮਸ। ਸੋ ਉਹ ਤੁਸੀਂ ਉਹ ਸਾਰੇ ਫੰਕਸ਼ਨਸ ਤੁਹਾਨੂੰ ਯਾਦ ਹੋਣੇ, ਅਲੱਗ-ਅਲੱਗ ਫੰਕਸ਼ਨ ਹੁੰਦੇ ਆ ਜਿਹੜੇ ਸਾਡੇ ਸੈੱਲ ਦੇ ਫੰਕਸ਼ਨਸ ਪਰਫੋਰਮ ਕਰਦੇ ਆ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਐਨਰਜੀ ਸਾਨੂੰ ਕਿਵੇਂ ਮਿਲਦੀ ਹੈ? ਜਾਂ ਤਾਂ ਅਸੀਂ ਉਹ ਜਿਹੜੇ ਸਾਰੇ ਪ੍ਰੋਟੋਪਲਾਜ਼ਮਿਕ ਸਟਰਕਚਰਸ ਨੂੰ ਉਹਨਾਂ ਦੀ ਮੇਨਟੇਨੈਂਸ ਕਰਕੇ ਰੱਖੀਏ, ਓਬਵੀਅਸਲੀ। ਠੀਕ ਹੈ, ਹੁਣ ਉਹਨਾਂ ਦੀ ਮੇਨਟੇਨੈਂਸ ਕਿਵੇਂ ਹੋਊਗੀ? ਉਹਨਾਂ ਦੀ ਮੇਨਟੇਨੈਂਸ ਤਾਂ ਹੋਊਗੀ ਬੇਟਾ ਅਗਰ ਜੇ ਸਾਨੂੰ ਨਿਊਟ੍ਰੀਸ਼ਨ ਮਿਲੂ। ਓਬਵੀਅਸਲੀ ਸਾਡੀ ਬਾਡੀ ਤਾਂ ਹੀ ਕੰਮ ਕਰ ਸਕਦੀ, ਜਾਂ ਸਾਡੀ ਬਾਡੀ ਦੇ ਸੈੱਲਸ ਜਿਹੜੇ ਤਾਂ ਹੀ ਕੰਮ ਕਰ ਸਕਦੇ ਆ ਅਗਰ ਉਹਨਾਂ ਨੂੰ ਕੀ ਮਿਲੂਗੀ? ਨਿਊਟ੍ਰੀਸ਼ਨ ਮਿਲੂਗੀ। ਔਰ ਨਿਊਟ੍ਰੀਸ਼ਨ ਤੋਂ ਬਾਅਦ ਜਦੋਂ ਸਾਨੂੰ ਨਿਊਟ੍ਰੀਸ਼ਨ ਮਿਲਦੀ ਆ, ਫੂਡ ਮਿਲਦਾ ਆ, ਅਤੇ ਸਾਡੇ ਵਿੱਚ ਆਕਸੀਜਨ ਪ੍ਰੋਡਿਊਸ ਹੁੰਦੀ, ਇੱਕ ਐਨਰਜੀ ਪ੍ਰੋਡਿਊਸ ਹੁੰਦੀ ਆ, ਜਿਹਦੇ ਕਰਕੇ ਅਸੀਂ ਰੈਸਪਾਇਰ ਵੀ ਕਰਦੇ ਹਾਂ। ਰੈਸਪਾਇਰ ਅਸੀਂ ਹੁਣ ਜ਼ਰੂਰੀ ਨਹੀਂ ਅਸੀਂ ਫੂਡ ਤੋਂ ਵੀ ਕਰਦੇ ਹਾਂ, ਸਾਡੇ ਵਿੱਚ ਐਨਰਜੀ ਪ੍ਰੋਡਿਊਸ ਹੁੰਦੀ ਆ। ਸਾਡੇ ਸੈੱਲਸ ਜਿਹੜੇ ਆ ਆਕਸੀਜਨ ਲੈਂਦੇ ਆ, ਅਤੇ ਉਹ ਅਸੀਂ ਇਨਵਾਇਰਮੈਂਟ ਤੋਂ ਵੀ ਅਸੀਂ ਆਕਸੀਜਨ ਵਗੈਰਾ ਲੈਂਦੇ ਆ। ਠੀਕ ਹੈ, ਔਰ 4th ਨੰਬਰ ਹੈਗਾ ਐਕਸਚੇਂਜ ਆਫ ਮਟੀਰੀਅਲ ਬਿਟਵੀਨ ਦ ਲਿਵਿੰਗ ਔਰਗੈਨਿਜ਼ਮ ਐਂਡ ਦ ਇਨਵਾਇਰਮੈਂਟ। ਠੀਕ ਹੈ, ਇਹ ਦੱਸ ਚੁੱਕਾ ਕਿ ਸਪੋਜ਼ ਕਰ ਲਓ ਅਸੀਂ ਆਕਸੀਜਨ ਲੈਂਦੇ ਹਾਂ, ਕਿਹਦੇ ਕੋਲ? ਪਲਾਂਟਸ ਕੋਲ ਲੈਂਦੇ ਹਾਂ, ਅਤੇ ਪਲਾਂਟਸ ਸਾਨੂੰ ਕੀ ਦਿੰਦੇ ਆ? ਅਸੀਂ ਪਲਾਂਟਸ ਤੋਂ ਲੈਂਦੇ ਹਾਂ ਆਕਸੀਜਨ, ਅਤੇ ਅਸੀਂ ਪਲਾਂਟਸ ਨੂੰ ਕੀ ਦਿੰਦੇ ਹਾਂ? ਅਸੀਂ ਦਿੰਦੇ ਹਾਂ ਕਾਰਬਨ ਡਾਈਆਕਸਾਈਡ। ਸੋ ਉਹ ਕਾਰਬਨ ਡਾਈਆਕਸਾਈਡ ਦੀ ਮਦਦ ਨਾਲ ਉਹ ਆਪਣਾ ਭੋਜਨ ਤਿਆਰ ਕਰਦੇ ਆ। ਠੀਕ ਹੈ, ਅਤੇ ਸਾਨੂੰ ਆਕਸੀਜਨ ਦਿੰਦੇ ਆ। ਅੰਡਰਸਟੂਡ। ਸੋ ਇਹ ਕੀ ਹੋ ਗਿਆ? ਐਕਸਚੇਂਜ ਹੋ ਗਿਆ ਮਟੀਰੀਅਲ। ਕੀ ਹੋ ਗਿਆ? ਇਹ ਮਟੀਰੀਅਲ ਐਕਸਚੇਂਜ ਹੋ ਗਿਆ ਇੱਕ ਇਨਵਾਇਰਮੈਂਟ ਵਿੱਚ, ਅਤੇ ਇੱਕ ਸਾਡੀ ਐਨੀਮਲਸ ਜਾਂ ਪਲਾਂਟਸ ਜਾਂ ਸਾਡੀ ਹਿਊਮਨ ਬਾਡੀ ਦੇ ਵਿੱਚ ਇੱਕ ਐਕਸਚੇਂਜ ਆਫ ਮਟੀਰੀਅਲਸ ਹੋ ਗਿਆ। ਅੰਡਰਸਟੂਡ। ਸੋ ਨੈਕਸਟ ਹੈਗਾ ਟਰਾਂਸਪੋਰਟੇਸ਼ਨ। ਕੋਈ ਵੀ ਫੂਡ ਅਸੀਂ ਖਾਂਦੇ ਹਾਂ, ਉਸ ਪਾਣੀ ਪਲਾਂਟਸ ਦੇ ਵਿੱਚ ਪਾਣੀ ਜਿਹੜਾ ਅਬਜ਼ੋਰਬ ਹੁੰਦਾ ਰੂਟਸ ਰਾਹੀਂ, ਉਹ ਪੂਰੀ ਸਰਕੂਲੇਟ ਹੁੰਦਾ ਆ, ਉਹਨੂੰ ਟਰਾਂਸਪੋਰਟੇਸ਼ਨ ਵੀ ਕਹਿੰਦੇ ਹਾਂ। ਅਸੀਂ ਪੜ੍ਹਿਆ ਸੀ ਪਲਾਂਟਸ ਦੇ ਵਿੱਚ ਕਿਹਦੇ ਥਰੂ ਹੁੰਦਾ? ਪਲਾਂਟਸ ਦੇ ਵਿੱਚ ਕਿਹਦੇ ਥਰੂ ਹੁੰਦਾ? ਇੱਕ ਹੁੰਦਾ ਜ਼ਾਈਲਮ ਅਤੇ ਇੱਕ ਹੁੰਦਾ ਫਲੋਇਮ। ਠੀਕ ਹੈ, ਦੋ ਚੀਜ਼ਾਂ ਦੇ ਥਰੂ ਹੁੰਦਾ ਪਲਾਂਟਸ ਦੇ ਵਿੱਚ। ਅਤੇ ਜਿਹੜਾ ਸਾਡਾ ਹੈਗਾ ਹਿਊਮਨ ਬਾਡੀ ਦੇ ਵਿੱਚ ਵੀ ਟਰਾਂਸਪੋਰਟੇਸ਼ਨ ਹੁੰਦੀ ਹੈ ਬਲੱਡ ਦੇ ਥਰੂ, ਬਲੱਡ ਦੇ ਵਿੱਚ ਮਿਕਸ ਹੋ ਕੇ ਸਾਰਾ ਕੁਛ ਸਾਡੇ ਸਾਰੇ ਬਾਡੀ ਪਾਰਟਸ ਦੇ ਵਿੱਚ ਉਹ ਮੂਵ ਕਰਦਾ ਹੈ। ਨੈਕਸਟ ਆ ਜਾਂਦਾ ਐਕਸਕ੍ਰੀਸ਼ਨ ਹੁੰਦੀ ਆ, ਜੋ ਸਾਡੀ ਬਾਡੀ ਨੂੰ ਅਸੀਂ ਭੋਜਨ ਖਾਂਦੇ ਹਾਂ, ਜਿਹੜਾ ਸਾਡੀ ਬਾਡੀ ਨੂੰ ਜੋ ਚੀਜ਼ਾਂ ਚਾਹੀਦੀਆਂ ਉਹ ਉਹਨੂੰ ਅਬਜ਼ੋਰਬ ਕਰ ਲੈਂਦੀ ਆ, ਬਾਕੀ ਚੀਜ਼ ਉਹ ਕੀ ਕਰਦੀ ਆ? ਉਹ ਰਿਮੂਵ ਕਰ ਦਿੰਦੀ ਆ। ਇਰੀਟੇਬਿਲਿਟੀ ਹੋ ਜਾਂਦੀ ਆ। ਕੋਈ ਵੀ ਮੀਨਸ ਵੇਸਟ ਮਟੀਰੀਅਲ ਹੁੰਦਾ, ਕੋਈ ਵੀ ਡਿਸੀਜ਼ ਵਗੈਰਾ ਹੁੰਦੀ ਆ, ਉਹਦੇ ਨਾਲ ਲੜਨ ਦੀ ਇੱਕ ਸਾਨੂੰ ਸ਼ਕਤੀ ਪ੍ਰੋਵਾਈਡ ਕਰਦੀ ਆ। ਇਹ ਜਿਹੜੇ ਐਨਰਜੀ ਆ ਜਾਂ ਜਿਹੜਾ ਫੂਡ ਅਸੀਂ ਖਾਂਦੇ ਹਾਂ ਸਾਡੇ ਸੈੱਲਸ ਨੂੰ ਤਿਆਰ ਕਰਦੇ ਆ ਤਾਂ ਕਿ ਸਾਡੇ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ। ਠੀਕ ਹੈ, ਅਸੀਂ ਮੂਵਮੈਂਟ ਵਗੈਰਾ ਕਰਦੇ ਹਾਂ, ਸਾਡੇ 'ਚ ਐਨਰਜੀ ਹੋਊਗੀ ਤਾਂ ਹੀ ਅਸੀਂ ਚੱਲ ਫਿਰ ਸਕਦੇ ਹਾਂ। ਠੀਕ ਹੈ,
ਸਾਡੀ ਬੋਡੀ ਦੀ ਗਰੋਥ ਹੁੰਦੀ ਹੈ ਓਬਵੀਅਸਲੀ। ਫਿਰ ਉਸ ਤੋਂ ਬਾਅਦ ਰਿਪਰੋਡਕਸ਼ਨ ਹੁੰਦੀ ਆ, ਨਿਊ ਔਰਗੈਨਿਜ਼ਮਸ ਬਣਦੇ ਆ, ਠੀਕ ਹੈ। ਇਸ ਧਰਤੀ 'ਤੇ ਜੀਵ ਕਈ ਆਉਂਦੇ ਆ, ਕਈ ਜਾਂਦੇ ਆ, ਉਹਨਾਂ ਦੀ ਡੈਥ ਵੀ ਹੁੰਦੀ ਆ, ਫਿਰ ਦੁਬਾਰਾ ਰਿਪਰੋਡਕਸ਼ਨ ਹੁੰਦੀ ਆ। ਜਿੱਦਾਂ ਸਾਡੀ ਰਿਪਰੋਡਕਸ਼ਨ ਆ ਵੀ ਸਾਡੇ ਪੇਰੈਂਟਸ ਤੋਂ ਅਸੀਂ ਅੱਗੇ ਆਏ ਹਾਂ, ਠੀਕ ਹੈ। ਸਾਡੇ ਤੋਂ ਅੱਗੇ ਜਨਰੇਸ਼ਨ ਆਊ, ਸੋ ਜਨਰੇਸ਼ਨ ਟੂ ਜਨਰੇਸ਼ਨ ਜਿਹੜੀ ਇਹ ਰਿਪਰੋਡਕਸ਼ਨ ਆ ਉਹ ਚੱਲਦੀ ਹੈ। ਬਟ ਉਹ ਚੱਲਣੀ ਕਿਹਦੇ ਨਾਲ ਆ? ਜੇਕਰ ਸਾਡੀ ਬੋਡੀ ਆਪਣੇ ਆਪ ਨੂੰ ਮੇਨਟੇਨਸ ਰੱਖੇ, ਸਾਡੇ ਸੈਲਸ ਜਿਹੜੇ ਆਪਣੇ ਸਾਡੀ ਬੋਡੀ ਦੇ ਵਿੱਚ ਜਿਹੜੇ ਸੈਲਸ ਆ ਉਹਨਾਂ ਨੂੰ ਪ੍ਰੋਪਰ ਫੂਡ ਮਟੀਰੀਅਲ ਮਿਲੇ, ਉਹਨਾਂ ਵਿੱਚ ਐਕਸਚੇਂਜ ਆਫ ਗੈਸਿਸ ਹੁੰਦੀਆਂ ਨੇ, ਠੀਕ ਹੈ। ਇਸੇ ਕਰਕੇ ਇਹ ਸਾਰੀ ਰਿਪਰੋਡਕਸ਼ਨ ਵਗੈਰਾ ਹੋਣੀ ਹੈ। ਸੋ ਇੱਕ ਡੈਫੀਨੇਸ਼ਨ ਆ, ਕਹਿੰਦਾ ਬ੍ਰਾਂਚ ਆਫ ਬਾਇਓਲੋਜੀ ਦੀ ਉਹ ਬ੍ਰਾਂਚ ਜਿਹੜੀ ਕਿ ਡੀਲ ਕਰਦੀ ਆ ਕਿਹਦੇ ਨਾਲ? ਵਿਦ ਦਾ ਸਟੱਡੀ ਲਾਈਫ ਪ੍ਰੋਸੈਸਿਸ, ਐਕਟੀਵਿਟੀਜ਼ ਐਂਡ ਬੋਡੀ ਫੰਕਸ਼ਨ ਇਜ਼ ਕਾਲਡ ਫਿਜ਼ੀਓਲੋਜੀ। ਹੁਣ ਪਤਾ ਲੱਗ ਗਿਆ ਫਿਜ਼ੀਓਲੋਜੀ ਕੀ ਹੁੰਦੀ ਹੈ, ਜਿਹਦੇ ਵਿੱਚ ਬਾਇਓਲੋਜੀ ਦੀ ਉਹ ਬ੍ਰਾਂਚ ਜਿਹਦੇ ਵਿੱਚ ਅਸੀਂ ਆਪਣੀ ਲਾਈਫ ਨੂੰ ਸਟੱਡੀ ਕਰਦੇ ਹਾਂ, ਸਾਡੀ ਐਕਟੀਵਿਟੀਜ਼, ਬੋਡੀ ਦੀਆਂ ਐਕਟੀਵਿਟੀਜ਼ ਅਸੀਂ ਸਟੱਡੀ ਕਰਦੇ ਹਾਂ, ਸਾਡੇ ਬੋਡੀ ਦੇ ਫੰਕਸ਼ਨਸ ਦੀ ਆਪਾਂ ਸਟੱਡੀ ਕਰਦੇ ਹਾਂ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਫਿਜ਼ੀਓਲੋਜੀ, ਠੀਕ ਹੈ। ਸੋ ਫਸਟ ਮੇਨ ਟੌਪਿਕ ਜਿਹੜਾ ਹੈਗਾ ਤੁਹਾਡਾ ਬੇਟਾ ਉਹ ਸਟਾਰਟ ਹੋ ਗਿਆ ਹੈ ਨਿਊਟ੍ਰੀਸ਼ਨ। ਸੋ ਨਿਊਟ੍ਰੀਸ਼ਨ ਤੁਹਾਨੂੰ ਪਤਾ ਹੀ ਹੈ, ਨਿਊਟ੍ਰੀਸ਼ਨ ਅਸੀਂ ਸਾਰੇ ਲੈਂਦੇ ਹਾਂ ਡੇ ਬਾਈ ਡੇ, ਰੋਜ਼ ਹੀ ਅਸੀਂ ਨਿਊਟ੍ਰੀਸ਼ਨ ਵਗੈਰਾ ਲੈਂਦੇ ਹਾਂ, ਠੀਕ ਹੈ। ਫੂਡ ਵਗੈਰਾ ਖਾਂਦੇ ਹਾਂ, ਪ੍ਰੋਪਰ ਇੱਕ ਫੂਡ ਖਾਂਦੇ ਹਾਂ ਜਿਹਦੇ ਕਰਕੇ ਸਾਨੂੰ ਇੱਕ ਐਨਰਜੀ ਮਿਲਦੀ ਹੈ, ਜਿਹਦੇ ਕਰਕੇ ਸਾਡੀ ਬੋਡੀ ਕੰਮ ਕਰਨ ਯੋਗ ਹੁੰਦੀ ਹੈ, ਠੀਕ ਹੈ ਨਾ, ਕੰਮ ਕਰਨ ਯੋਗ ਬਣਦੀ ਹੈ ਕਿ ਅਸੀਂ ਇਹ ਕੰਮ ਕਰ ਸਕੀਏ। ਜੇ ਅਸੀਂ ਫੂਡ ਨਹੀਂ ਲਵਾਂਗੇ ਸਾਡੇ ਸੈਲਸ ਖਤਮ ਹੋ ਜੂਗੇ, ਸੈਲਸ ਖਤਮ ਹੋ ਗਏ ਅਸੀਂ ਵੀਕ ਹੋ ਜਾਵਾਂਗੇ, ਡੈਡ ਵੀ ਹੋ ਸਕਦੇ ਹਾਂ, ਠੀਕ ਹੈ। ਬਟ ਸਾਨੂੰ ਨਿਊਟ੍ਰੀਸ਼ਨ ਮਿਲਦੀ ਹੈ। ਹੁਣ ਨਿਊਟ੍ਰੀਸ਼ਨ ਕਈ ਟਾਈਪਸ ਵਿੱਚ ਮਿਲਦੀ ਹੈ। ਕੁਝ ਨਿਊਟ੍ਰੀਸ਼ਨ ਹੁੰਦੀ ਹੈ ਐਨਰਜੀ ਫੂਡਸ, ਇਹਦੇ ਵਿੱਚ ਕਾਰਬੋਹਾਈਡਰੇਟਸ, ਇਹਦੇ ਵਿੱਚ ਫੈਟਸ, ਇਹ ਚੀਜ਼ਾਂ ਹੁੰਦੀਆਂ। ਫਿਰ ਕੁਝ ਸਾਡੀ ਬੋਡੀ ਨੂੰ ਬਣਾਉਂਦੀਆਂ, ਕੁਝ ਨਿਊਟ੍ਰੀਸ਼ਨ ਕਿਹੜੀਆਂ ਹੁੰਦੀਆਂ ਜਿਹੜੀਆਂ ਸਾਡੀ ਬੋਡੀ ਬਣਾਉਂਦੇ ਆ, ਜਿੱਦਾਂ ਬਿਲਡਿੰਗ ਫੂਡਸ ਹੁੰਦੇ ਆ, ਮਿਨਰਲਸ, ਇਹਦੇ ਵਿੱਚ ਪ੍ਰੋਟੀਨਸ ਆ ਜਾਂਦੇ ਆ, ਸਮ ਮਿਨਰਲਸ ਆ ਜਾਂਦੇ ਆ, ਇਹ ਚੀਜ਼ਾਂ ਹੋ ਗਈਆਂ। ਕੁਝ ਰੈਗੂਲੇਟਰੀ ਫੂਡਸ ਹੋ ਗਏ ਜਿਹੜੇ ਵਿਟਾਮਿਨਸ ਐਂਡ ਮਿਨਰਲਸ, ਠੀਕ ਹੈ, ਇਹ ਵੀ ਚੀਜ਼ਾਂ ਹੋ ਗਈਆਂ, ਓਕੇ ਜੀ। ਸੋ ਨੈਕਸਟ ਹੈਗਾ ਸਾਡਾ ਜਿਹੜਾ ਸਾਡੀ ਫੂਡ ਬੋਡੀ ਦੇ ਵਿੱਚ ਇੰਪੋਰਟੈਂਸ ਕੀ ਹੈ ਫੂਡ, ਵਾਟ ਇਜ਼ ਦਾ ਇੰਪੋਰਟੈਂਸ ਆਫ ਫੂਡ? ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕੀ ਮਿਲਦਾ ਸਾਨੂੰ? ਐਨਰਜੀ ਮਿਲਦੀ ਆ, ਸਾਡੀ ਬੋਡੀ ਦਾ ਸਟਰਕਚਰ, ਇੱਕ ਵਧੀਆ ਸਟਰਕਚਰ ਮਿਲਦਾ ਹੈ ਸਾਨੂੰ ਬੋਡੀ ਦਾ, ਸਾਡੀ ਬੋਡੀ ਦੀ ਗਰੋਥ ਹੁੰਦੀ ਹੈ, ਜਿਹੜੇ ਟੁੱਟੇ ਭੱਜੇ ਸੈਲਸ ਹੁੰਦੇ ਆ ਸਾਡੀ ਬੋਡੀ ਦੇ ਵਿੱਚ ਉਸ ਫੂਡ ਨਾਲ ਉਹ ਰਿਪੇਅਰ ਹੁੰਦੇ ਆ। ਇਟ ਐਕਟ ਐਜ਼ ਰੈਗੂਲੇਟਰਸ, ਜਿਹਦੇ ਕਰਕੇ ਰੈਗੂਲੇਸ਼ਨ ਬਣੀ ਰਹਿੰਦੀ ਹੈ, ਪ੍ਰੋਸੈਸ ਚੱਲਦਾ ਰਹਿੰਦਾ ਆ। ਡਿਜ਼ੀਜ਼ ਤੋਂ ਬਚਦਾ ਆ, ਰੈਜ਼ਿਸਟੈਂਸ ਬਣਨਾ, ਡਿਜ਼ੀਜ਼ ਤੋਂ ਬਚਣਾ, ਔਰ ਰਿਪਰੋਡਕਸ਼ਨ, ਨਿਊ ਔਰਗਨਿਜ਼ਮਸ ਇੱਕ ਸਾਡੇ ਵਿੱਚ ਸ਼ਮਤਾ ਮਿਲਦੀ ਹੈ ਕਿ ਇੱਕ ਨਿਊ ਰਿਪਰੋਡਕਸ਼ਨ ਜਿਹੜੀ ਉਹ ਹੁੰਦੀ ਆ ਸਾਡੇ ਲਾਈਫ ਦੇ ਵਿੱਚ, ਜਾਂ ਨਿਊ ਔਰਗਨਿਜ਼ਮਸ ਬਣਦੇ ਆ। ਅੰਡਰਸਟੂਡ? ਸੋ ਬੇਟਾ ਸਾਡਾ ਜਿਹੜਾ ਇਹ ਜਿਹੜੀ ਹੈਗੀ ਆ ਨਿਊਟ੍ਰੀਸ਼ਨ ਦੋ ਟਾਈਪ ਦੀ ਹੁੰਦੀ ਆ, ਅਸੀਂ ਪੜ੍ਹਨੀ ਆ। ਪਹਿਲੀ ਹੈਗੀ ਹੈ ਸਾਡੀ ਆਟੋਟ੍ਰੋਫਿਕ ਨਿਊਟ੍ਰੀਸ਼ਨ, ਔਰ ਦੂਜੇ ਨੰਬਰ 'ਤੇ ਹੈਗੀ ਹੈ ਹੀਟਰੋਟ੍ਰੋਫਿਕ। ਅੱਜ ਅਸੀਂ ਆਟੋਟ੍ਰੋਫਿਕ ਬਾਰੇ ਗੱਲ ਕਰਾਂਗੇ। ਆਟੋਟ੍ਰੋਫਿਕ ਦੇ ਵਿੱਚ ਬੇਟਾ ਐਗਜ਼ਾਮਪਲ ਲੈ ਲਓ ਪਲਾਂਟਸ। ਹੁਣ ਤੁਹਾਨੂੰ ਪਤਾ ਹੀ ਹੈ ਪਲਾਂਟਸ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਆ ਪਲੱਸ ਵਾਟਰ ਮਿਲ ਕੇ ਉਹ ਕੀ ਬਣਾਉਂਦੇ ਆ? ਗਲੂਕੋਜ਼ ਪਲੱਸ ਆਕਸੀਜਨ, ਜੋ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੇ ਸੀ ਕਿ ਦੇਖੋ ਕਾਰਬਨ ਡਾਈਆਕਸਾਈਡ ਅਸੀਂ ਰਿਲੀਜ਼ ਕਰਦੇ ਹਾਂ, ਐਨੀਮਲਸ ਰਿਲੀਜ਼ ਕਰਦੇ ਆ, ਠੀਕ ਹੈ, ਉਹ ਪਲਾਂਟਸ ਉਹਨੂੰ ਅਬਜ਼ੋਰਬ ਕਰ ਲੈਂਦਾ ਆਪਣੇ ਦੇ ਵਿੱਚ, ਅਤੇ ਪਲਾਂਟਸ ਉਸ ਕਾਰਬਨ ਡਾਈਆਕਸਾਈਡ ਨੂੰ ਅਬਜ਼ੋਰਬ ਕਰਕੇ ਆਪਣਾ ਭੋਜਨ ਤਿਆਰ ਕਰਦਾ ਹੈ, ਠੀਕ ਹੈ। ਉਹ ਆਪਣਾ ਭੋਜਨ ਤਿਆਰ ਕਰੂਗਾ ਅਤੇ ਉਹਦੇ ਬਦਲੇ ਦੇ ਵਿੱਚ ਕੀ ਛੱਡਣਾ? ਸਾਨੂੰ ਕੀ ਦੇਣਾ? ਆਕਸੀਜਨ ਦੇਣੀ। ਉਹ ਆਕਸੀਜਨ ਰਿਲੀਜ਼ ਕਰੂਗਾ। ਉਸ ਆਕਸੀਜਨ ਨੂੰ ਕਿਹਨੇ ਲੈਣਾ? ਇਸ ਆਕਸੀਜਨ ਇਹਨੂੰ ਕੌਣ ਯੂਜ਼ ਕਰਦੇ ਆ? ਹਿਊਮਨਸ ਯੂਜ਼ ਕਰਦੇ ਆ ਬੇਟਾ, ਠੀਕ ਹੈ। ਸੋ ਬੇਸਿਕ ਰਿਕੁਆਇਰਮੈਂਟ ਇੱਕ ਫੋਟੋਸਿੰਥੇਸਿਸ। ਹਾਂ ਸੌਰੀ, ਇੱਕ ਗੱਲ ਹੋਰ ਦੱਸਣੀ ਸੀ, ਇਸ ਸਾਰੇ ਪ੍ਰੋਸੈਸ ਨੂੰ ਜਿਹਦੇ ਵਿੱਚ ਕਾਰਬਨ ਡਾਈਆਕਸਾਈਡ ਵਾਟਰ ਨਾਲ ਮਿਲ ਕੇ ਗਲੂਕੋਜ਼ ਬਣਾਉਂਦੀ ਹੈ ਅਤੇ ਆਕਸੀਜਨ, ਇਸ ਸਾਰੇ ਪ੍ਰੋਸੈਸ ਨੂੰ ਕੀ ਅਸੀਂ ਬੋਲਦੇ ਹਾਂ? ਫੋਟੋਸਿੰਥੇਸਿਸ। ਇਸ ਸਾਰੇ ਪ੍ਰੋਸੈਸ ਨੂੰ ਕੀ ਬੋਲਦੇ ਅਸੀਂ? ਫੋਟੋਸਿੰਥੇਸਿਸ। ਸੋ ਬੇਸਿਕ ਇੱਕ ਫੋਟੋਸਿੰਥੇਸਿਸ ਜਿਹੜਾ ਪ੍ਰੋਸੈਸ ਆ ਉਹਦੇ ਵਾਸਤੇ ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਠੀਕ ਹੈ ਨਾ। ਹੁਣ ਇੱਕ ਰਿਕੁਆਇਰਮੈਂਟ ਹੁੰਦੀ ਹੈ ਹਰੇਕ ਚੀਜ਼ ਦੀ, ਇਹਦੇ ਵਿੱਚ ਫੋਟੋਸਿੰਥੇਸਿਸ ਦੀ ਕਿਹੜੀ ਰਿਕੁਆਇਰਮੈਂਟ ਆ? ਕਲੋਰੋਫਿਲ। ਸਭ ਤੋਂ ਪਹਿਲਾ ਪੁਆਇੰਟ ਹੈਗਾ ਕਲੋਰੋਫਿਲ। ਪਿਗਮੈਂਟ ਹੁੰਦੇ ਆ, ਦੂਜੇ ਨੰਬਰ 'ਤੇ ਕਾਰਬਨ ਡਾਈਆਕਸਾਈਡ ਹੁੰਦੀ ਹੈ, ਤੀਜੇ ਨੰਬਰ ਵਾਟਰ ਚਾਹੀਦਾ ਹੈ, ਚੌਥੇ ਨੰਬਰ 'ਤੇ ਆਪਾਂ ਨੂੰ ਸਨਲਾਈਟ ਚਾਹੀਦੀ ਹੈ,
ठीक है। सो क्लोरोफिल दे विच पिगमेंट्स होंदे आ 3 तरह के, ग्रीन पिगमेंट, ऑरेंज पिगमेंट भी होंदा है और येलोइश पिगमेंट। ਜਿਹੜੇ ऑरेंज कलर प्रोवाइड करते हैं प्लांट्स में, ठीक है, उन्होंने कैरोटीनॉइड कहते हैं। और ਜਿਹੜੇ येलोइश कलर प्रोवाइड करते हैं उन्होंने ज़ैंथोफिलिस कहते हैं। थोड़े बुक्स के सारे नेम्स लिखे हुए, तो प्रॉपरली स्पैलिंग्स वगैरह तो देख लेने हैं। अगर ये दोनों ਨੂੰ ਅਸੀਂ कैरोटीनॉइड्स अज़ैंथोफिलिस ਨੂੰ ਦੋਨਾਂ ਨੂੰ ਅਸੀਂ ਕੀ ਬੋਲਦੇ ਹਾਂ, कैरोटीनॉइड्स। ਕੀ ਬੋਲਦੇ ਹਾਂ, कैरोटीनॉइड्स। सो कुछ इंपॉर्टेंट पॉइंट्स आ ਜਿਹੜੇ ਤੁਹਾਨੂੰ डिस्कस करना चाहना ਇਹਦੇ ਵਿੱਚ मैं। So first is the chlorophyll is the primary photosynthetic pigment take part in conversion of light energy into chemical energy। ਹੁਣ देखो आ सन आ, ठीक है, ठीक है, ये सन आ ते आ लीव। सो ये जो रेज आ, लाइट है जी, लाइट रेज आ, इनू कौन ऑब्जॉर्व कर रहा है, ये लीफ ऑब्जॉर्व कर रहा है, ठीक है। सो क्लोरोफिल एक प्राइमरी फोटोसिंथेटिक पिगमेंट होंदा जिहड़ा कि इस लाइट एनर्जी नूं, ये जी लाइट एनर्जी नूं किच कन्वर्ट करता है बेटा, कैमीकल एनर्जी। हुण समझ लग गई। सो क्लोरोफिल इज़ द प्राइमरी सब तो मेन पिगमेंट है जो लाइट एनर्जी नूं, पहली जी लाइट आ रही है जिहनूं अब्सॉर्ब कर रहा लीफ, किच कन्वर्ट करूगा कैमीकल एनर्जी। सो अगेन द फोटोसिंथेटिक पिगमेंट अकर इन द ग्रीन सैल्स कॉल्ड द क्लोरोप्लास्ट। हुण ये जिहड़े फोटोसिंथेटिक पिगमेंट आ ये कित्थे पाए जांदे आ, साडे नहीं प्लांट्स के क्लोरोप्लास्ट विच। कित्थे पाए जांदे आ ये प्लांट्स के क्लोरोप्लास्ट विच पाए जांदे आ, जिथे सारी प्रोसैस होंदी है फोटोसिंथेसिस। तो किवें होंदी है असीं देखना है। देखो क्लोरोप्लास्ट एक वो चीज़ दा डबल मैंबरेन स्ट्रक्चर है। ये भी तुसीं 9th क्लास के विच फस्ट चैप्टर सीगा तुहाडा, जिहदे विच असीं क्लोरोप्लास्ट दे टाइप्स पढ़ीआं सी, जिहदे विच प्लास्टिड दीयां टाइप्स होंदियां, सॉरी प्लास्टिड दीयां अगे 10 टाइप्स सीगियां, ये क्लोरोप्लास्ट, ठीक है ना, लीकोप्लास्ट, क्लोरोप्लास्ट। ਉਹਦੇ ਵਿੱਚ ਇੱਕ क्लोरोप्लास्ट है डबल मैंबरेन स्ट्रक्चर होंदा, ਜਿਹਦੇ ਵਿੱਚ स्टोमा ते थाइलाकोइड्स ਦੀਆਂ लेयर्स ਹੁੰਦੀਆਂ, ठीक है। और ਜਿਹੜੀ मेन जिथे लाइट रिएक्शन होंदी आ उस लेयर ਨੂੰ ਕੀ ਬੋਲਦੇ ਅਸੀਂ, थाइलाकोइड्स, ठीक है, जिथे फोटोसिंथेटिक पिगमेंट प्रेजेंट होंदे। अंडरस्टूड। दूजे नंबर पर आ जाता साडा जिहड़ी चीज़ चाहिए सीगी सानूं, वो हैगी है कार्बन डाइऑक्साइड, ठीक है। जिहड़े लैंड प्लांट्स होंदे आ बेटा वो एटमोसफेयर तो कार्बन डाइऑक्साइड नूं अब्जॉर्व करदे आ, ठीक है। और जिहड़े एक्वाटिक प्लांट्स होंदे आ वो कित्थों अब्जॉर्व करदे कार्बन डाइऑक्साइड नूं, पानी तो, वाटर तो। सो कार्बन डाइऑक्साइड किवें एंटर करदी है, इट एंटर इन द लीव्स थ्रू द स्टोमेटा। ये दस्सो, ये चीज़ नवीं आ गई एक। देखो क्लोरोप्लास्ट सीगा, क्लोरोप्लास्ट के अंदर की प्रेजेंट होंदा, स्टोमेटा प्रेजेंट होंदा है, ठीक है। स्टोमेटा दो टाइप का होंदा है, स्टोमेटा दो टाइप का, एक ओपन एक क्लोज्ड, ठीक है। हुण जे कोई चीज़ ओपन आ, दरवाजा ओपन आ, एग्जाम्पल दे दें कोई घर का दरवाजा ओपन आ तां ही एक बंदा अंदर आऊगा, क्लोज्ड आ तो अंदर नहीं आना। इदां ही जे स्टोमेटा ओपन आ तो तां ही लाइट्स अंदर आऊगी, सनलाइट तां ही एंटर करूगी, तां ही जी कैमिकल एनर्जी आ वो मकैनिकल एनर्जी कन्वर्ट होगी। जो वो कन्वर्ट होगी तां ही फूड बनूगा, जो फूड बनूगा तां ही ऑक्सीजन रिलीज़ होगी। सो ये सारा प्रोसैस एवं चलता है, ठीक है। ओपन एंड क्लोज होंदा। सो ओपन दे विच की होंदा ना, देखो ये अंदर स्टोमेटा प्रेजेंट है, आ जिहड़े सराउंड करते हैं दो वड्डे वड्डे, इन्हां नूं कहने आपां गार्ड सैल्स, की बोलते हैं असीं, गार्ड सैल्स। और ये सेंटर दे विच की होंदा स्टोमेटा पोर, जिहदे थ्रू एंट्री होंदी है। और इत्थे क्लोरोप्लास्ट प्रेजेंट होंदा इहदे अंदर, ठीक है। और ਜਦੋਂ ਇਹ स्टोमेटा ओपन होगा, स्टोमेटा जो ओपन कदों होना, जो पोटैशियम आइनस जोड़े आ वो मूव करते हैं। पोटैशियम आइनस किवें मूव करूगे, एब्जॉर्प्शन थ्रू, इन्होंने थ्रू एब्जॉर्प्शन है पोटैशियम आइनस की करनगे, वो मूव करनगे। जो अंदर कोई चीज़ एंटर करूगी इन्हें चीज़ ने स्वैल कर जाना, आ जिहड़ियां लेयर्स आ इन्हें फुल जाना। जो ये बाहर नूं चीज़ ओपन होगी, सराउंड गार्ड सैल की गल कर रहे हैं, जो गार्ड सैल बाहर नूं ओपन हो गए स्वैल कर जाएंगे, ठीक है। तो आ चीज़ ओपन हो जाएगी, इन्हें गार्ड सैल ने अंदरली लेयर में बाहर खिंच लेना, अंडरस्टूड, समझ गए ना। इदा बाहर ओपन खिंचूगी, स्वैल होगी, तो आ चीज़ ओपन होगी, इट मीनस कि इनू आप की बोलते हैं स्टोमेटा ओपन, ओपन स्टोमेटा बोलते हैं। और जदों ये
पोटैशियम आयन्स दिन के टाइम अब्जॉर्व कर लेंगे, रात को ईवनिंग टाइम जाके ये पोटैशियम आयन्स मूव करने बाहर में शुरू हो जाते, जो मूव हो गए उस स्टोमैटा की हो जाऊगा, क्लोज हो जाऊगा। हम समझ लगी, जो पोटैशियम आयन अब्जॉर्व करता है गार्ड सैल स्वैल करूगा, गार्ड सैल की करूगा, स्वैल करूगा। उस तो बाद जो पोटैशियम आयन बाहर मूवमेंट कर गए तो ये स्वैल करूगा, स्वैल करता सी पहला, इन्हें मुरझा जाना, जो मुरझा गया तो स्टोमैटा जो क्लोज हो जाना। अंडरस्टूड। सो इन नाइट द स्टोमैटा इज क्लोज्ड। सो एक कंपनसेशन पॉइंट होंगे, एक डेफिनेशन आ 1 मार्क्स की, ये तो आ सकती है, ठीक है। सो कंपनसेशन पॉइंट के जी लाइट इंटैंसिटी होंगी है कि लाइट की जी एक क्षमता होंगी है, स्पीड कह लो, कि जी लाइट अब्जॉर्व कर रहे हैं प्लांट्स, वो जो वीयर द फोटोसिंथेसिस ऑर्गन कि स्टोमैटा नाइदर ना तो वो अब्जॉर्व करता है कार्बन डाइऑक्साइड, ना ही वो रिलीज़ करता है किसी चीज़ में होर में, ठीक है। सो उसनों असीं की कहने कंपनसेशन पॉइंट, वो पॉइंट जो स्टोमैटा ना सनलाइट में अब्जॉर्व करता, ना कुछ वो रिलीज़ करता, अंडरस्टूड। उस पॉइंट में कहने कंपनसेशन पॉइंट। तो जिन्नियां भी बेटा मैं डेफिनेशंस कहूँगा इंपॉर्टेंट आ, ये तो बहुत सारे क्वेश्चन पढ़ने तो। स्टोमैटा क्लोज कातों होंदा, ठीक है, ओपन कातों होंदा, गार्ड सैल्स की होंदे आ, किवें प्रोटैक्ट करते हैं, ये सारी चीज़ां 10th क्लास में हो गई। एक कॉपी लगा लो बायो की अलग, मैं कॉपी में चैक करना है, ठीक है, थोड़ी में कली कली चीज़ होनी चाहिए, वो फंक्शनस लिखे होने चाहिए, क्लोरोप्लास्ट का स्ट्रक्चर बनाना इंपॉर्टेंट है, ठीक है, ये डेफिनेशन लिखनी है, फिर मीनस प्रॉपरली डायग्राम्स बनानी है, पेंसिल ना विद क्लीन हैंड राइटिंग, वेल लेबलिंग, जो भी करना है सारा कुछ वधिया करना है, प्रॉपरली चैक होगी थोड़ी, ठीक है। सो एक प्रॉपर कॉपी लगवानी है सैपरेट बायो की, पिछली बार भी बच्चों ने लगाई थी, इस बार तुम भी लगवानी, ये थोड़ी कॉपी काम आऊगी। सो असी जिन्ना भी पढ़ांगे शुरू लैके एंड तक जिन्नियां डायग्राम्स होगी तुहाडे बच्चों बनी होनी चाहिए, जो मैं कहूँगा बना के लैके आना। नैक्सट आंदा वाटर। वाटर की होंदा, वो भी हैल्प करता है, असी पढ़ रहे थे ना, ये पार्ट्स पढ़ रहे थे कि बेसिक रिक्वायरमेंट होंगी है, तो साड़ी असी पहला पढ़ ली है, बेसिक रिक्वायरमेंट क्लोरोफिल होंगी है, दूजे नंबर पर होंगी है कार्बन डाइऑक्साइड, तीजे नंबर पर होंगी वाटर, ऑबवियसली पानी भी चाहिए ही है। पानी की करता है, जो वो पानी टुटता है, वाटर जो स्प्लिट कर जाता कि 4 हाइड्रोजन मॉलीक्यूल, 4 इलैक्ट्रॉन, तो ऑक्सीजन जी तुहानूं पता ही रिलीज़ हो जाती है, ठीक है। सो जो फोटोलाइसिस होंगी है पानी की, फोटोलाइसिस ऑफ वाटर की प्रोड्यूस करता है, इलैक्ट्रॉन्स, प्रोटॉन्स तो ऑक्सीजन, ठीक है ना, इन्होंने इलैक्ट्रॉन तो प्रोटॉन की बोलते हैं हाइड्रोजन आयन्स भी बोलते हैं, इलैक्ट्रॉन प्रोटॉन की बोलते हैं हाइड्रोजन आयन्स भी बोलते हैं, तो जी कि जो ये प्रोड्यूस होंगे ये ही प्रोड्यूस करते हैं, जोड़े इलैक्ट्रॉन प्रोटॉन होंगे ये हैल्प करते हैं काहदे ATP नूं प्रोड्यूस करने, काहदे ATP नूं प्रोड्यूस करने। सो तुहाडा लास्ट जो बेसिक रिक्वायरमेंट है वो साडी लाइट है, वो तुहानूं पता ही है, वो वेवलेंथ कितनी होनी चाहिए, 390 to 760, ठीक है। लैम्डा जिन्हें कहने तुसीं, मैकेनिज्म ऑफ द फोटोसिंथेसिस, ठीक है। आ जाता नैक्सट पॉइंट, इट इज़ मोस्ट इंपॉर्टेंट, ये पेपर लिए बहुत ज़्यादा इंपॉर्टेंट है, कॉपी ते भी तुसीं लिखना है। सो ये पहली बेसिक गल तो आही आ गई, तुहानूं पता ही है फोटोसिंथेसिस किवें होंदी है, कार्बन डाइऑक्साइड के 6 मॉलीक्यूल, 12 मॉलीक्यूल वाटर के जो कंबाइन करते हैं कि प्रेजेंस क्लोरोफिल पिगमेंट की तो लाइट की प्रेजेंस की बनाती है ग्लूकोस, की बोलते हैं ग्लूकोस प्लस वाटर प्लस ऑक्सीजन। सो ऑक्सीजन जी रिलीज़ होती है तो तुहानूं पता ही ह्यूमनस उन्होंने यूज़ करते हैं। सो फोटोसिंथेसिस जी है वो 2 तरह होंगी है, एक होंदा फोटो कैमिकल फेज़ जिन्होंने असी की बोलते हैं लाइट रिएक्शन, एक दूजे नंबर पर होंदा साडा बायोसिंथैटिक फेज़, दूजा जोड़ा बायोसिंथैटिक जिन्होंने असी डार्क रिएक्शन बोलते हैं, डार्क रिएक्शन या ब्लैक रिएक्शन बोलते हैं। सो जी फोटो कैमिकल फेज़ हो गई बेटा, वो कि थ्रू होंगी है, लाइट एनर्जी के थ्रू होंगी है, जिहदे 2 पार्ट होंगे हैं, जोड़ा पहला तुहानूं एक दस चुका मैं, पहला पार्ट सीगा फोटोलाइसिस ऑफ वाटर, जो पानी टुटता है, जिहदे ऑक्सीजन प्लस हाइड्रोजन प्लस इलैक्ट्रॉन्स, ठीक है। और यही हाइड्रोजन इलैक्ट्रॉन्स की बनाते थे एनर्जी ATP की फॉर्म च बनाते थे,
और फिर उस तो बाद एक फॉर्मेशन ऑफ सिमिलिटरी पावर होंगी है जिहदे लाइट एनर्जी अब्जॉर्ब करती है क्लोरोफिल मॉलीक्यूल। लाइट एनर्जी में कौन अब्जॉर्ब करता क्लोरोफिल मॉलीक्यूल, ठीक है। वो क्लोरोफिल मॉलीक्यूल का यूज़ किया एटीपी एनर्जी यूज़ करने सिंथेसिस करने, ठीक है। बायोसिंथेटिक फेस की होंगी है डार्क रिएक्शन होंगी है ब्लैक रिएक्शन जिन्होंने असीं भी बोलते हैं, ये लाइट च भी होंगी है बेटा तो डार्क विच भी होंगी है। तो ये किहदे विच होंदी है कैल्विन साइकिल, एक साइकिल होंदा कैल्विन साइकिल, ये प्लांट्स के विच होंदा है, तुसीं हायर क्लासिस विच पढ़ोगे। हुण तुसीं जस्ट इन्नी गल याद रखनी है ये कि कैल्विन साइकिल दे विच जिहड़ा कार्बन डाइऑक्साइड आंदा विच, जिहड़ा कार्बन डाइऑक्साइड आंदा वो जदों किहदे नाल मिलदा है, ये तुसीं पढ़ सकते हैं बुक ते लिखिया होया, जो कार्बन डाइऑक्साइड राइबोलोज बाईफॉस्फेट, ठीक है। राइबोलोज बाईफॉस्फेट के नाल कार्बन डाइऑक्साइड मिलता है इन दी प्रेजेंस ऑफ एंजाइम। एंजाइम किहड़ा यूज़ होंदा है इहदे विच, राइबोलोज बाईफॉस्फेट कार्बोक्सीलेज, ठीक है। ये एंजाइम तुहानूं याद रखना है, बहुत इंपॉर्टेंट है, ये तुहानूं पुछ सकदी है 1 मार्क्स का क्वेश्चन आ सकता है। नेम द एंजाइम विच हेल्प्स इन द कैल्विन साइकिल व्हेन कार्बन डाइऑक्साइड कंबाइंड विद राइबोलोज बाईफॉस्फेट, किहड़ा एंजाइम हो राइबोलोज बाईफॉस्फेट कार्बोक्सीलेज। ये की करता है, इट प्रोड्यूस 2 मॉलिक्यूल ऑफ फॉस्फोग्लिसरिक एसिड, इट प्रोड्यूस 2 मॉलिक्यूल ऑफ फॉस्फोग्लिसरिक एसिड। ये भी तुहानूं पता होना चाहिए कि किहड़ा मॉलिक्यूल प्रोड्यूस करता। अंडरस्टूड बेटा, ये सी तुहाडे अगे इंपॉर्टेंस आ जाती है फोटोसिंथेसिस की, तुहानूं पता लग गया होना इंपॉर्टेंस की होंगी है। पहला सिंथेसिस होंगी है फूड की, काहदी होंदी है फूड की, ठीक है। उस तो बाद कन्वर्जन होंगी है, कन्वर्जन काहदी होंगी लाइट इंटू कैमिकल। फिर ऑक्सीजन रिलीज़ होंगी है जिहड़ी कौन यूज़ करता ह्यूमनस, ठीक है। तो कार्बन डाइऑक्साइड की वरतों की जाती है काहदे विच फूड दे विच। हुण समझ लग गई। सो दैट्स ऑल, तुहाडा ऑटो टॉपिक न्यूट्रिशन सीगा। बच्चे नूं चंगी तरह पढ़ो, बार बार एक बार नहीं समझ लगती 2 बार वीडियो देखो। मैं टोटली पूरा तुहानूं पंजाबी दे विच डिटेल किया एक्सप्लेन किया होया सारा, कोई चीज़ नहीं समझ लगती उन्होंने दोबारा पढ़ लो। एनी क्वेश्चन है तो आस्क कर सकते हो, ठीक है। और प्रॉपरली जो एक पासे सर करवा रहे हो वरिंदर सर तुहानूं, ठीक है, जो भी वीडियोज़ तुहानूं दे रहे हैं वो वीडियोज़ में लाइक करो, ठीक है, शेयर कर दिया करो आपस, ताकि कोई बच्चा किसी में कोई प्रॉब्लम ना आए। अंडरस्टूड है। सो इन्हों प्रॉपरली पढ़ के दैन नेक्स्ट टॉपिक पढ़ाएंगे टॉपिक। अंडरस्टूड। सो दैट्स ऑल, थैंक यू।